सीरीज ਦੇ ਵਿੱਚ ਜੇ ਤਿੰਨੇ ਕੰਪੋਨੈਂਟ ਕਨੈਕਟਡ ਹੈਗੇ ਆ ਤੇ ਸੀਰੀਜ਼ ਦੀ ਪ੍ਰੋਪਰਟੀ ਆ ਕਿ ਇਹਨਾਂ ਚ ਕਰੰਟ ਜਿਹੜਾ ਉਹ ਸੇਮ ਫਲੋ ਕਰਦਾ, ਠੀਕ ਹੈ। ਤੇ ਪੋਟੈਂਸ਼ੀਅਲ ਡਿਫਰੈਂਸ ਇਹਨਾਂ ਸਾਰੇ ਹੀ ਕੰਪੋਨੈਂਟ ਦੇ ਅਕ੍ਰੋਸ ਡਿਵੈਲਪ ਹੁੰਦਾ ਜਾਏਗਾ, ਡਿਫਰੈਂਟ ਕਿਉਂਕਿ ਸੀਰੀਜ਼ ਚ ਵੋਲਟੇਜ ਡਿਵਾਈਡ ਹੁੰਦੀ ਆ ਤੇ ਕਰੰਟ ਸੇਮ ਜਾਂਦਾ। ਇਸ ਲਈ I ਐਂਪੀਅਰ ਕਰੰਟ ਜਦੋਂ ਇੱਥੋਂ ਦੀ ਫਲੋ ਕੀਤਾ ਇੰਡਕਟਰ ਕੋਇਲ ਚੋਂ, ਤੇ ਇੰਡਕਟਰ ਕੋਇਲ ਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆਏਗਾ, we know that potential difference develop across inductor, capacitor and resistor, ठीक है। ਤਿੰਨਾਂ ਦੇ ਤਿੰਨੇ ਕੰਪੋਨੈਂਟ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆਏਗਾ are given by potential difference ਦਾ ਫਾਰਮੂਲਾ ਲਿਖੀਏ। ਜਿਹੜੀ ਇੰਡਕਟਰ ਚ ਵੋਲਟੇਜ ਆਣੀ ਉਹਨੂੰ VL ਲਿਖ ਦੋ, ਜਿਹੜੀ ਕੈਪੈਸਿਟਰ ਚ ਵੋਲਟੇਜ ਆਣੀ ਆ ਉਹਨੂੰ VC। ਇਸ ਵੇ ਨਾਲ ਸਿੰਪਲ ਦੇ ਦਿਓ ਕਿ ਨਾਰਮਲ ਵੋਲਟੇਜ ਦਾ ਫਾਰਮੂਲਾ ਹੁੰਦਾ ਆਪਣੇ ਕੋਲ IR, ਠੀਕ ਹੈ। ਤੇ ਆਪਾਂ ਦੱਸਿਆ ਸੀ ਇੰਡਕਟਰ ਦੀ ਰੈਜ਼ਿਸਟੈਂਸ ਨੂੰ XL ਲਿਖਦੇ ਆ, ਕੈਪੈਸਿਟਰ ਦੀ ਰੈਜ਼ਿਸਟੈਂਸ ਨੂੰ XC ਲਿਖਦੇ ਆ ਨਾ। ਇਸ ਲਈ ਜੇ ਇੰਡਕਟਰ ਦੀ ਵੋਲਟੇਜ ਲਿਖਣੀ ਆ ਤੇ ਇੰਡਕਟਰ ਦੀ ਵੋਲਟੇਜ ਨੂੰ ਸਿੰਪਲ I XL ਲਿਖ ਦਾਂਗਾ, ਕੈਪੈਸਿਟਰ ਦੀ ਵੋਲਟੇਜ ਲਿਖਣੀ ਆ ਤੇ ਕੈਪੈਸਿਟਰ ਦੀ ਵੋਲਟੇਜ ਨੂੰ I XC ਲਿਖ ਦਵਾਂਗਾ, ਰੈਜ਼ਿਸਟਰ ਦੀ ਵੋਲਟੇਜ ਲਿਖਣੀ ਆ ਤੇ ਉਹਨੂੰ I R ਲਿਖ ਦਵਾਂਗਾ। क्या ਤਿੰਨੇ ਦੇ ਤਿੰਨੇ ਵੈਲਿਊ ਕਲੀਅਰ ਆ? यस सर। सो वोल्टेज ਜਿਹੜੀ ਤਿੰਨਾਂ ਕੰਪੋਨੈਂਟ ਚ ਡਿਵੈਲਪ ਹੋਈ ਉਹ ਚ ਕਰੰਟ ਸਾਰੇ ਕੰਪੋਨੈਂਟ ਚ ਸੇਮ ਨਿਕਲ ਰਿਹਾ, ਵੋਲਟੇਜ ਸਾਰੇ ਕੰਪੋਨੈਂਟ ਚ ਡਿਵਾਈਡ ਆ। ਹੁਣ ਇੱਕ ਸਿੰਪਲ ਜੀ ਗੱਲ ਦੱਸਦਾ, ਉਹਨੂੰ ਸਮਝਿਓ, ਗੱਲ ਧਿਆਨ ਨਾਲ ਇੰਪੋਰਟੈਂਟ ਹੋਏਗੀ। ਜੇ ਮੇਰੇ ਕੋਲ ਸਰਕਟ ਦੇ ਅੰਦਰ ਅਸੀਂ ਇਹ ਕਹੀਏ ਕਿ ਮੇਰੇ ਤੋਂ 100 ਵੋਲਟ ਦੀ ਸਪਲਾਈ ਆਈ ਆ, 100 ਵੋਲਟ ਜਦੋਂ ਇਹਨਾਂ ਤਿੰਨਾਂ ਕੰਪੋਨੈਂਟ ਚ ਗਏ, ਮੰਨ ਲਓ ਇਹ ਚ 20 ਵੋਲਟ ਆ ਗਏ, ਇਹ ਚ 40 ਵੋਲਟ ਆ ਗਏ, ਠੀਕ ਹੈ। ਤੇ ਕਿਆ ਬਾਕੀ ਦੇ ਜਿਹੜੇ 40 ਵੋਲਟ ਆ ਉਹ ਇਹ ਚ ਆਉਗੇ? ਜੇ ਆਪਾਂ ਸਿੰਪਲ ਇੰਨੀ ਗੱਲ ਕਰੀਏ ਕਿ ਟੋਟਲ 100 ਬਣਾਣਾ ਹੈ ਨਾ, 100 ਦੇ ਤੋਂ ਸਪਲਾਈ ਦਿੱਤੀ, ਉਹਦੇ ਚ 20 ਇਹਦੇ ਕੋਲ ਆ, 30 ਇਹਦੇ ਕੋਲ ਆ, ਤੇ ਮਤਲਬ 50 ਨਿਕਲ ਗਏ, ਬਾਕੀ ਦੇ 50 ਵੋਲਟ ਇਹਦੇ ਕੋਲ ਆ। ਇਹ ਨਾਰਮਲ ਅਸੀਂ ਡਿਫਾਈਨ ਕਰਦੇ ਹਾਂ, ਪਰ ਇਸ ਕੇਸ ਇਦਾਂ ਨਹੀਂ ਆਣਾ। ਇਸ ਕੇਸ ਇਦਾਂ ਨਹੀਂ ਆਣਾ ਜੇ ਤਿੰਨਾਂ ਥਾਵਾਂ ਤੇ ਮੇਰੀ ਸਿੰਪਲ ਰੈਜ਼ਿਸਟਰ ਲੱਗੀ ਹੁੰਦੀ। ਗੱਲ ਸਮਝਿਓ, ਇਹ ਚੀਜ਼ ਦੀ ਕਿ ਇੰਪੋਰਟੈਂਟ ਆ, ਨਿਊਮੈਰੀਕਲ ਚ ਵੀ ਇਹ ਚੀਜ਼ ਐਡ ਹੋਣੀ ਆ, ਠੀਕ ਹੈ, ਔਰ ਕਨਸੈਪਟ ਚ ਵੀ ਇਹ ਚੀਜ਼ ਹੈਗੀ ਆ ਕਿ ਜੇ ਇਹਨਾਂ ਤਿੰਨਾਂ ਥਾਵਾਂ ਤੇ ਮੰਨ ਲਓ ਅਸੀਂ ਰੈਜ਼ਿਸਟਰ ਲਗਾਈਆਂ ਹੁੰਦੀਆਂ R1 R2 R3, ਫਿਰ ਮੈਂ ਇਹ ਗੱਲ ਬੋਲਾਂ ਕਿ ਵੀ ਇੱਕ ਦੇ ਵਿੱਚ 20, ਇੱਕ ਚ 30 ਤੇ ਤੀਜੇ ਚ ਅਸੀਂ ਕਹਿ ਦਾਂਗੇ ਜੀ 50, ਕਿਉਂਕਿ ਆਪਾਂ ਨੂੰ ਇੱਕ ਪ੍ਰੋਪਰਟੀ ਪਤਾ ਕਿ ਰੈਜ਼ਿਸਟਰ ਵਾਲੇ ਕੇਸ ਦੇ ਅੰਦਰ ਕਰੰਟ ਤੇ ਵੋਲਟੇਜ ਦੋਨੋਂ ਦੇ ਦੋਨੋਂ ਸੇਮ ਫੇਸ ਹੁੰਦੇ, ਤੇ ਜੇ ਦੋਨੋਂ ਚੀਜ਼ਾਂ ਸੇਮ ਫੇਸ ਦੇ ਵਿੱਚ ਹੋਣਗੀਆਂ ਤੇ ਵੋਲਟੇਜ ਸਿੰਪਲ ਐਡ ਹੋ ਜਾਣੀ। ਫਿਰ ਮੈਂ ਇਹਦੀ ਔਰ ਇਹਦੀ ਤਿੰਨਾਂ ਦੀ ਵੋਲਟੇਜ ਸਿੰਪਲ ਐਡ ਕਰਾਂਗਾ। ਪਰ ਜੇ ਮੇਰੇ ਐਸਐਚ ਕੰਪੋਨੈਂਟ ਜਿਹ ਕਰੰਟ ਤੇ ਵੋਲਟੇਜ ਦੇ ਵਿੱਚ ਫੇਜ਼ ਡਿਫਰੈਂਸ ਆਂਦਾ ਹੋਏਗਾ ਤੇ ਉਸ ਵੇਲੇ ਇਹਨਾਂ ਦੀ ਵੋਲਟੇਜ ਨੂੰ ਅਸੀਂ ਸਿੰਪਲ ਅਲਜੈਬਰਿਕ ਮੈਥਡ ਨਾਲ ਐਡ ਨਹੀਂ ਕਰਦੇ। ਮੈਂ ਫੇਰ ਲਾਸਟ ਲਾਈਨ ਦੁਬਾਰਾ ਬੋਲ ਰਿਹਾ, ਜਦੋਂ ਮੇਰੇ ਕੋਲ ਐਸਐਚ ਜਿਹੜੇ ਕੰਪੋਨੈਂਟਸ ਨੇ, ਇਹ ਮੇਰੇ ਕੋਲ ਕੰਪੋਨੈਂਟ ਸਾਰੇ ਦੇ ਸਾਰੇ ਕੰਪੋਨੈਂਟ ਦੇ ਵਿੱਚ ਕਰੰਟ ਤੇ ਵੋਲਟੇਜ ਉਹਨਾਂ 'ਚ ਫੇਜ਼ ਡਿਫਰੈਂਸ ਹੋਵੇ, ਸੇਮ ਫੇਜ਼ ਨਾ ਹੋਵੇ, ਤੇ ਤੁਸੀਂ ਉਹਨਾਂ ਦੀ ਵੋਲਟੇਜ ਨੂੰ ਸਿੰਪਲ ਪਲੱਸ ਨਹੀਂ ਕਰ ਸਕਦੇ। ਮੈਂ ਆਹ ਗੱਲ ਇਦਾਂ ਬੋਲਾਂ VL plus VC plus VR ਕਰਕੇ E ਆ ਜਾਵੇ ਤੇ ਗਲਤ ਕਹਿ ਰਹੇ ਹਾਂ, ਕਿਉਂਕਿ ਸਿੰਪਲ ਐਡੀਸ਼ਨ ਕਰਕੇ ਟੋਟਲ ਵੋਲਟੇਜ ਨਹੀਂ ਬਣਦਾ, ਠੀਕ ਹੈ, ਪ੍ਰੋਵਾਈਡਡ ਸਰਕਟ ਦੇ ਅੰਦਰ ਕਰੰਟ ਤੇ ਵੋਲਟੇਜ ਫੇਜ਼ ਡਿਫਰੈਂਸ ਹੋਵੇ। ਹੁਣ ਅਸੀਂ ਪਿੱਛੇ 3 ਟਾਪਿਕ ਪੜ੍ਹੇ ਆ, ਉਹਦੇ ਵਿੱਚ ਆਪਣੇ ਕੋਲ ਕਿਹਾ ਸੀਗਾ ਜੇ ਰੈਜ਼ਿਸਟਰ ਆ, ਰੈਜ਼ਿਸਟਰ 'ਚ ਕਰੰਟ ਤੇ ਵੋਲਟੇਜ ਸੇਮ ਫੇਜ਼ ਹੁੰਦੇ ਆ, ਇੰਡਕਟਰ ਆ ਤੇ ਇੰਡਕਟਰ ਦੇ ਅੰਦਰੋਂ ਕਰੰਟ ਲੈਗ ਕਰਦਾ ਸੀ, ਇੰਡਕਟਰ 'ਚ ਕਰੰਟ ਜਿਹੜਾ ਲੈਗ ਕਰਦਾ 90 ਡਿਗਰੀ ਨਾਲ, ਕੈਪੈਸਿਟਰ 'ਚ ਕਰੰਟ ਲੀਡ ਕਰਦਾ। ਹੁਣ ਇਹ ਥੋੜਾ ਭੁਲੇਖਾ ਕਈ ਵਾਰੀ ਬੰਨਾ ਕਿ ਚ ਲੀਡ ਤੇ ਕਿ ਚ ਲੈਗ, ਇਹਨੂੰ ਇੱਕ ਯਾਦ ਰੱਖਣ ਲਈ ਸਿੰਪਲ ਜਿਹੜਾ ਕਹ ਲਓ ਕਿ ਇੱਕ ਤੁਹਾਨੂੰ ਦੱਸਣ ਲੱਗਿਆ ਵਰਡ ਆਰਟੀਕਲ ਦਾ ਪਾਰਟ ਨਹੀਂ ਹੈਗਾ, ਉਦਾਂ ਯਾਦ ਕਰ ਲਿਓ। ਇੱਕ ਆ ਵਰਡ ਨੂੰ ਸਿਵਲ, ਸਿਵਲ ਵਰਡ ਦਾ ਮਤਲਬ ਇਹ ਹੋਏਗਾ ਕਿ ਜੇ ਮੈਂ ਪਹਿਲੇ 3 ਵਰਡ ਪੜਾ, ठीक है, एक कैपेसिटर लिया ते जे मैं आ 3 वर्ड पढ़ा ये मेरे इंडक्टर लिया। कैपेसिटर दे केस च करंट पहलो लिखिया, वोल्टेज बाद चो लिखी है, मतलब करंट लीड करदा पिया। इंडक्टर वाले केस च वोल्टेज पहलो लिखी है, करंट बाद चो लिखिया, मतलब वोल्टेज लीड करदी, ठीक है। और दोनों दे विच अपने पता कि 90 डिग्री दा फेज डिफरेंस है, इसलिए कैपेसिटर दे केस च करंट वोल्टेज नालों 90 डिग्री अगे चलदा, इंडक्टर च वोल्टेज करंट नालों 90 डिग्री अगे चलदी। क्या इन्नी गल समझ लगी? यस सर। यस सर। यस सर। ये वर्ड किते भी स्टैंड नहीं करता, इस ते मैं उदा अपने कोल एक वर्ड बना लिया जिन्हें तुहानू याद रखा जा सके, ठीक है।
ਸੋ ਸਿਵਲ ਦੇ ਅਕੋਰਡਿੰਗਲੀ ਹੁਣ ਆਪਾਂ ਚੱਲੀਏ ਆ ਆਪਣੇ ਤਿੰਨ ਕੰਪੋਨੈਂਟ ਆ ਗਏ ਇਹਨਾਂ ਦੇ ਕੋਰਸਪੋਂਡਿੰਗ ਨੂੰ ਇੱਕ ਫੇਜ਼ਰ ਡਾਇਗਰਾਮ ਨਾਲੋਂ ਨਾਲ ਬਣਦੀ ਕਿਦਾਂ ਬਣਾਉਂਗਾ ਆ ਚੀਜ਼ ਸਮਝਣ ਵਾਲੀ ਇਹਨੂੰ ਸਮਝ ਵੀ ਧਿਆਨ ਨਾਲ ਲਈਓ ਜੇ ਹੁਣ ਆਪਾਂ ਐਸ ਸੱਚ ਕਪੈਸਿਟਰ ਇੰਡਕਟਰ ਤੇ ਰੈਜ਼ਿਸਟਰ ਤਿੰਨੋਂ ਕੰਪੋਨੈਂਟ ਲੈ ਕੇ ਚੱਲੀਏ ਔਰ ਜਿਹੜੀਆਂ ਤਿੰਨ ਡਿਫਰੈਂਟ ਪਹਿਲਾਂ ਫੇਜ਼ਰ ਡਾਇਗਰਾਮ ਬਣਾਉਂਦੇ ਸੀ ਉਹਨਾਂ ਤਿੰਨਾਂ ਦੀ ਗੱਲ ਕਰਨ ਲੱਗੇ ਠੀਕ ਹੈ ਆਪਣੇ ਕੋਲ ਇਹ ਸੀਗਾ ਜੇ ਆਪਾਂ ਇਸ ਮੂਮੈਂਟ ਦੇ ਅੱਗੇ ਜਿਹੜੀਆਂ ਫੇਜ਼ਰ ਡਾਇਗਰਾਮ ਬਣਾਉਂਦੇ ਸੀ ਉਹ ਅਸੀਂ ਕਹਿੰਦੇ ਸੀ x ਐਕਸਿਸ ਦੇ ਨਾਲ ਵੋਲਟੇਜ ਨੇ ਓਮੇਗਾ ਟੀ ਐਂਗਲ ਬਣਾਇਆ ਗੱਲ ਸਮਝ ਲਿਓ ਬਾਰ-ਬਾਰ ਕਹਿ ਰਹੇ ਹਾਂ ਠੀਕ ਹੈ ਇਸ ਮੂਮੈਂਟ ਤੇ ਇਸ ਫਿਗਰ ਦੇ ਅੰਦਰ ਇੱਕ ਚੇਂਜ ਕੀ ਕਰਨ ਲੱਗੇ ਆ ਕਿ ਵੀ ਜਿਹੜੀ ਤੁਹਾਡੇ ਕੋਲ ਐਸਐਚ ਅਸੀਂ ਕਹਿੰਦੇ ਕਿ ਵੀ ਕਰੰਟ ਆ ਅਸੀਂ ਅੱਗੇ ਕੀ ਕਰਦੇ ਸੀ ਤਿੰਨਾਂ ਫਿਗਰ ਦੇ ਅੰਦਰ ਵੋਲਟੇਜ ਨੂੰ ਓਮੇਗਾ ਟੀ ਐਂਗਲ ਤੇ ਦਿਖਾਤਾ ਉਸ ਤੋਂ ਬਾਅਦ ਕਰੰਟ ਜਿਹੜਾ ਵਾ ਉਹ ਵੋਲਟੇਜ ਦੀ ਡਾਇਰੈਕਸ਼ਨ ਚ ਆ ਵੋਲਟੇਜ ਤੋਂ 90 ਡਿਗਰੀ ਅੱਗੇ ਆ ਵੋਲਟੇਜ ਤੋਂ 90 ਡਿਗਰੀ ਪਿੱਛੇ ਆ ਉਹਦੇ ਅਕੋਰਡਿੰਗਲੀ ਕਰੰਟ ਦਾ ਫੇਜ਼ਰ ਦੁਬਾਰਾ ਬਣਾਉਂਦੇ ਸੀ ਜੋ ਮੈਂ ਬੋਲ ਰਿਹਾ ਉਹਦਾ ਮਤਲਬ ਕਿਹੜਾ ਹਰ ਚੀਜ਼ ਕਹਿ ਰਿਹਾ ਜਦੋਂ ਆਪਣੇ ਕੋਲ ਐਸਐਚ ਆਪਾਂ ਇੱਥੇ E0 ਦਿਖਾਇਆ ਤੇ ਮੁੜ ਕੇ ਆਪਾਂ ਕਿਹਾ ਸੀ ਜੀ ਕਰੰਟ ਵੀ I0 ਇਸੇ ਪਾਸੇ ਨੂੰ ਓਮੇਗਾ ਟੀ ਐਂਗਲ ਆ ਕੇਸ ਬਣਿਆ ਸੀ ਜਦੋਂ ਸਰਕਟ ਚ ਕੱਲੀ ਰੈਜ਼ਿਸਟਰ ਲੱਗੀ ਹੈ ਜੇ ਇੰਡਕਟਰ ਲੱਗੀ ਤੇ ਆਪਾਂ ਕਿਹਾ ਸੀ I0 ਇੱਧਰ ਨਹੀਂ ਆਊਗਾ ਜੀ I0 ਇੱਧਰ ਦਿਖਾ ਦੋ ਯਾਨੀ ਇਹਦੇ ਨਾਲੋਂ 90 ਡਿਗਰੀ ਪਿੱਛੇ ਸੀਗਾ ਤੇ ਜੇ ਕਪੈਸਿਟਰ ਆ ਤੇ ਆਪਾਂ 90 ਡਿਗਰੀ ਅੱਗੇ ਗਏ ਸੀ ਇਹ ਨਿਕਲ ਕਲੀਅਰ ਆ Yes, sir. Yes, sir. ਆਰਟੀਕਲ ਚ ਅਸੀਂ ਕੀ ਕਰਨ ਲੱਗੇ ਕਰੰਟ ਦੀ ਡਾਇਰੈਕਸ਼ਨ ਫਿਕਸ ਕਰਨ ਲੱਗੇ ਅਸੀਂ ਕਿਹਾ ਕਿ ਮੰਨ ਲਓ ਕਰੰਟ ਆ ਐਕਸਿਸ ਦੇ ਉੱਤੇ ਫਲੋ ਕਰਦਾ ਹੈ ਠੀਕ ਹੈ ਕਰੰਟ ਇਸ ਐਕਸਿਸ ਤੇ ਫਲੋ ਕਰਦਾ ਤੇ ਜੇ ਮੇਰੇ ਕੋਲ ਸਰਕਟ ਦੇ ਅੰਦਰ ਰੈਜ਼ਿਸਟਰ ਆ ਤੇ ਮੈਨੂੰ ਇਹ ਪਤਾ ਰੈਜ਼ਿਸਟਰ ਵਾਲੇ ਕੇਸ ਚ ਕਰੰਟ ਤੇ ਵੋਲਟੇਜ ਬੋਥ ਆਰ ਇਨ ਦਾ ਸੇਮ ਡਾਇਰੈਕਸ਼ਨ ਇਹਦਾ ਮਤਲਬ ਜਿਹੜੀ VR ਹੋਏਗੀ ਇਹਦੀ ਡਾਇਰੈਕਸ਼ਨ ਤੇ ਜਿਹੜੀ ਕਰੰਟ ਦੀ ਡਾਇਰੈਕਸ਼ਨ ਠੀਕ ਹੈ ਕਰੰਟ ਨੂੰ ਸਿੰਬਲ I0 ਹੀ ਲਿਖਣ ਲੱਗਿਆ ਹੁੰਦਾ ਮੁੜ ਕੇ ਤੁਹਾਨੂੰ ਬੁੱਕ ਚੋਂ ਕਨਫਿਊਜ਼ਨ ਨਹੀਂ ਤਾਂ ਹੋਏਗੀ ਬੁੱਕ ਚੋਂ ਨੇ I0 ਸਿੰਬਲ ਵੇਰੀਏਬਲ ਦਿੱਤਾ ਹੈ ਹੁਣ ਜੇ I0 ਦੀ ਡਾਇਰੈਕਸ਼ਨ ਇਹ ਆ ਔਰ ਸਰਕਟ ਚ ਕੱਲੀ ਰੈਜ਼ਿਸਟਰ ਲੱਗੀ ਹੋਵੇ ਤੇ ਮੈਨੂੰ ਪਤਾ ਰੈਜ਼ਿਸਟਰ ਵਾਲੇ ਕੇਸ ਚ ਕਰੰਟ ਤੇ ਵੋਲਟੇਜ ਦੋਨੋਂ ਸੇਮ ਐਕਸਿਸ ਤੇ ਆਉਂਦੇ ਆ ਇਸ ਲਈ ਤੁਸੀਂ ਇਸ ਡਾਇਰੈਕਸ਼ਨ ਚ VR ਵੀ ਦਿਖਾ ਦੋਗੇ ਕਿ ਆ ਗੱਲ ਇੰਨੀ ਸਮਝ ਲੱਗੀ यस सर ਆ ਡਾਇਰੈਕਸ਼ਨ ਕਲੀਅਰ ਆ VR ਤੇ I0 ਅਸੀਂ ਸੇਮ ਐਕਸਿਸ ਤੇ ਕਿਉਂ ਬਣਾਏ ਆ Yes, sir. ਹੁਣ ਜੇ ਆਪਾਂ ਇੰਡਕਟਰ ਚ ਚੱਲੀਏ ਤੇ ਇੰਡਕਟਰ ਚ ਆਪਾਂ ਵਰਡ ਲਿਖ ਰਹੇ ਆਹੀ ਵਾਲਾ ਵਰਡ ਦਿਮਾਗ ਚ ਰੱਖ ਕੇ ਚੱਲੋ ਇੰਡਕਟਰ ਚ ਅਸੀਂ ਕਹਿੰਦੇ ਵੋਲਟੇਜ ਲੀਡ ਕਰਦੀ ਆ ਕਰੰਟ ਲੈਗ ਕਰਦਾ ਇਹ ਮਤਲਬ ਵੋਲਟੇਜ 90 ਡਿਗਰੀ ਅੱਗੇ ਚੱਲਦੀ ਤੇ ਜੇ ਆ ਕਰੰਟ ਦਾ ਐਕਸਿਸ ਆਪਣਾ ਕਨਫਰਮ ਹੋ ਗਿਆ ਇੰਡਕਟਰ ਚ ਜਿਹੜੀ ਵੋਲਟੇਜ ਆ ਉਹ ਇਸ ਐਕਸ ਐਕਸਿਸ ਤੋਂ 90 ਡਿਗਰੀ ਅੱਗੇ ਜਾਣੀ ਇਹਦਾ ਮਤਲਬ ਜਿਹੜਾ VL ਹੋਏਗਾ VL ਮੇਰਾ ਇਸ ਲਾਈਨ ਤੇ ਆ ਜਾਏਗਾ ਕੀ ਆ ਗੱਲ ਸਮਝ ਲੱਗੀ ਆ I0 ਦੇ ਰਿਸਪੈਕਟਿਵਲੀ ਕਰੰਟ ਜਿਹੜਾ ਵਾ ਕਰੰਟ ਦੇ ਨਾਲੋਂ ਵੋਲਟੇਜ 90 ਡਿਗਰੀ ਅੱਗੇ ਜਾਣੀ ਆ ਇਸ ਲਈ ਇਹ ਤੋਂ ਆਪਾਂ 90 ਡਿਗਰੀ ਜਿਹੜਾ ਵਾ ਉਹ ਫਾਰਵਰਡ ਮੂਵ ਕਰ ਗਏ ਇੰਨੀ ਗੱਲ ਸਮਝ ਆਈ Yes, sir. Yes, sir. Yes, sir. ਕਪੈਸਿਟਰ ਚ ਅਸੀਂ ਕਿਹਾ ਸੀਗਾ ਠੀਕ ਹੈ ਕਪੈਸਿਟਰ ਚ ਕਿਹਾ ਸੀ ਵੋਲਟੇਜ ਨਾਲੋਂ ਕਰੰਟ 90 ਡਿਗਰੀ ਅੱਗੇ ਜਾਂਦਾ ਹੁਣ ਕਰੰਟ ਦਾ ਐਕਸਿਸ ਤਾਂ ਅਸੀਂ ਰੋਕਿਆ ਹੋਇਆ ਵਾ ਉਹਦਾ ਫਿਕਸ ਕੀਤਾ ਇਹਦਾ ਮਤਲਬ ਇਹ ਕਹਿ ਦੋ ਜੇ ਕਰੰਟ ਅੱਗੇ ਆ ਤੇ ਵੋਲਟੇਜ 90 ਡਿਗਰੀ ਪਿੱਛੇ ਆ ਜੇ ਕਰੰਟ ਦਾ ਆਹੀ ਐਕਸਿਸ ਆ ਤੇ ਇਹਦਾ ਮਤਲਬ ਕਪੈਸਿਟਰ ਚ ਜਿਹੜੀ ਵੋਲਟੇਜ ਆ ਉਹ 90 ਡਿਗਰੀ ਇਸ ਤੋਂ ਕਹਿੰਦਾ ਜੀ ਬੈਕ ਜਾਏਗੀ क्या इन्हीं का क्लियर है Yes, sir. यस सर ਇਹਦੀ ਲੋੜ ਆਪਾਂ ਨੂੰ ਨਹੀਂ ਹੈਗੀ ਇਹਦਾ ਮਤਲਬ ਆਪਣੇ LCR ਸਰਕਟ ਦੇ ਅੰਦਰ ਤਿੰਨ ਵੋਲਟੇਜ ਆ ਗਈਆਂ VL VR ਤੇ BC ਜੇ ਤਾਂ ਤਿੰਨੋਂ ਸੇਮ ਡਾਇਰੈਕਸ਼ਨ ਚ ਹੁੰਦੀਆਂ ਫਿਰ ਅਸੀਂ ਸਿੰਪਲ ਐਡ ਕਰਦੇ ਹੁਣ ਇਸ ਮੂਮੈਂਟ ਤੇ ਇਹ ਤਿੰਨੇ ਵੈਕਟਰ ਡਿਫਰੈਂਟ ਡਾਇਰੈਕਸ਼ਨ ਚ ਆ ਇਸ ਲਈ ਜਦੋਂ ਤਿੰਨ ਵੈਕਟਰ ਦਾ ਰਿਜ਼ਲਟੈਂਟ ਕੱਢਣਾ ਵਾ है ना फेजर डायग्राम वेक्टर डायग्राम ਇਹ ਮਤਲਬ ਸਿੰਪਲ ਐਡੀਸ਼ਨ ਨਹੀਂ ਹੈਗੀ VL plus BC plus VR ਨਹੀਂ ਕਰ ਸਕਦਾ ਇਸ ਵੇਲੇ VL ਤੇ BC ਦੇ ਆਰ ਇਨ ਆਪੋਜ਼ਿਟ ਡਾਇਰੈਕਸ਼ਨ ਠੀਕ ਹੈ ਤੇ ਜੇ ਆਪੋਜ਼ਿਟ ਹੈ ਤੇ ਇੱਕ ਨਾਲ ਅਜ਼ੰਪਸ਼ਨ ਲਗਾ ਲਈ ਕਿ ਜਿਹੜੀ ਪੋਜ਼ਿਟਿਵ ਡਾਇਰੈਕਸ਼ਨ ਚ ਵੋਲਟੇਜ ਆ ਇਹ ਇਸ ਤੋਂ ਕਹਿੰਦਾ ਜੀ ਗ੍ਰੇਟਰ ਤੁਸੀਂ ਰਿਵਰਸ ਵੀ ਬੋਲ ਸਕਦੇ ਹੋ ਆਪਾਂ ਜੇ ਆ ਲਿਖ ਕੇ ਚੱਲੀਏ ਅਜ਼ਿਊਮ VL greater than BC ठीक है जे VL मेरा BC तो ग्रेटर आ ते ਇਹਦਾ ਮਤਲਬ ਆ ਜਿਹੜੇ ਦੋ ਵੈਕਟਰ ਬਣੇ ਇੱਕ ਨੂੰ ਨਾਮ OA ਦੇ ਦੋ ਇੱਕ ਨੂੰ ਨਾਮ OB ਦੇ ਦੋ ਇਹਦੇ ਵਾਲੀ ਵੋਲਟੇਜ ਨੂੰ ਨਾਮ ਆਪਾਂ OC ਦੇ ਦਿੰਦੇ ਆ ਜਿਹੜਾ ਮੇਰੇ ਕੋਲ SH ਆ ਗਿਆ ਆ ਜਿਹੜਾ ਮੇਰੇ ਕੋਲ OA ਆ ਗਿਆ BL ਤੇ ਆ ਜਿਹੜਾ ਮੇਰੇ ਕੋਲ OC ਆ ਗਿਆ OB ਆ ਗਿਆ BC ਇਹ ਆਪੋਜ਼ਿਟ ਆ ਤੇ ਸਭ ਤੋਂ ਪਹਿਲਾਂ ਆਪੋਜ਼ਿਟ ਵਾਲੇ ਵੈਕਟਰ ਮਾਈਨਸ ਕਰ ਲਓ
ਤੇ ਜੇ ਆਪੋਜ਼ਿਟ ਵਾਲੇ ਵੈਕਟਰ ਮਾਈਨਸ ਕਰਾਂ ਵੱਡੇ ਤੋਂ ਛੋਟੇ ਨੂੰ ਮਾਈਨਸ ਕਰਕੇ ਨੈਟ ਵੋਲਟੇਜ ਜਿਹੜੀ ਹੋਏਗੀ ਨੈਟ ਵੈਕਟਰ ਜਿਹੜਾ ਹੋਏਗਾ ਆਲਵੇਸ ਟੁਵਰਡਸ ਦਾ ਬਿਗਰ ਵੈਕਟਰ। ਇਹਦਾ ਮਤਲਬ ਇਸ ਪੁਆਇੰਟ ਤੇ ਆਪਾਂ ਇੱਕ ਲੈਂਥ ਕੱਟ ਲੈਂਦੇ ਹਾਂ ਇੰਨੀ, ठीक है आ एक लेंथ करदा पिया इस पॉइंट का नाम a डैश रख लो ते आ जेडी मेरी इन्नी लेंथ बनी ये मेरी bl - bc बन जू। इन्नी गल समझ लगी? Yes, sir. Yes. आप तो पूरा o अपना bl ਸੀਗਾ आ साइड अपनी bc ਸੀਗੀ bl ਅਸੀਂ bc ਤੋਂ ਜੇ ग्रेटर ਮੰਨਿਆ ਤੇ नेट वोल्टेज bl - bc टुवर्ड्स द बिगर वेक्टर आ जाएगी। ਹੁਣ ਇੱਕ ਵੈਕਟਰ ਮੇਰਾ OA ਡੈਸ਼ ਆ ਗਿਆ ਤੇ ਇੱਕ ਵੈਕਟਰ ਮੇਰਾ OC ਪਿਆ ਤੇ ਜੇ ਆ ਦੋ ਵੈਕਟਰ ਲਵਾਂ ਤੇ ਇਹ ਇੱਕ ਦੂਜੇ ਨਾਲ ਟੇਲ ਟੂ ਟੇਲ ਜੁੜਦੇ ਆ Yes, sir. ਤੇ ਜਿਹੜੇ ਦੋ ਵੈਕਟਰ ਟੇਲ ਟੂ ਟੇਲ ਜੁੜਨ ਜੇ ਅਸੀਂ ਉਹਨਾਂ ਦਾ ਰਿਜ਼ਲਟੈਂਟ ਕੱਢਣਾ ਤੇ ਆਲਵੇਸ ਗਿਵਨ ਬਾਈ ਦਾ ਡਾਇਗੋਨਲ ਆਫ ਦਾ ਪੈਰਲਲੋਗ੍ਰਾਮ। ਇਹਦਾ ਮਤਲਬ ਇਹਨਾਂ ਦੋ ਵੈਕਟਰ ਨਾਲ ਜੇ ਆਪਾਂ ਇੱਥੇ ਇੱਕ ਪੈਰਲਲੋਗ੍ਰਾਮ ਕੰਪਲੀਟ ਕਰ ਲਈਏ, ਠੀਕ ਹੈ, ਇੱਥੇ ਲਿਖ ਦਿੰਦੇ ਨੇ VR ਨੂੰ ਔਰ ਆ ਪੁਆਇੰਟ C ਆ ਗਿਆ ਤੇ ਜਿਹੜਾ ਇਹਨਾਂ ਦੋ ਦਾ ਰਿਜ਼ਲਟੈਂਟ ਹੋਏਗਾ ਉਹ ਆ ਰਿਜ਼ਲਟੈਂਟ ਵੋਲਟੇਜ ਇਸ ਡਾਇਗੋਨਲ ਤੇ ਆ ਜੂਗੀ। ਕਲੀਅਰ ਆ? Yes, sir. ਪੁੱਤ ਰਿਸਪੌਂਡ ਜ਼ਰੂਰ ਕਰੋ, ਗੂੰਗੇ ਬਣ ਕੇ ਨਾ ਪੜੋ, ਫਿਰ ਮੈਨੂੰ ਪੜਾਉਣਾ ਬੜਾ ਔਖਾ ਲੱਗਦਾ। ਸਮਝ ਲੱਗਦੀ ਪਈ ਇੰਨੀ? Yes, Yes, sir. sir. ਤੇ ਵਿੱਚ ਰਿਸਪੌਂਡ ਕਰਿਆ ਕਰੋ। ਮੈਂ ਇੱਕ ਗੂੰਗਿਆਂ ਵਕਨ ਨਹੀਂ ਪੜਾ ਸਕਦਾ ਕਿ ਵੀ ਸਾਹਮਣੇ ਵਾਲਾ ਸਾਇਲੈਂਟ ਬੈਠਾ ਪਤਾ ਹੀ ਨਹੀਂ ਮੈਨੂੰ ਕਿ ਉਹਦੇ ਪੱਲੇ ਪੈ ਰਹੀ ਕਿ ਨਹੀਂ ਪੈ ਰਹੀ। ਰਿਸਪੌਂਡ ਕਰੋ, ਮੈਨੂੰ ਪਤਾ ਲੱਗੇ ਤੁਹਾਨੂੰ ਸਮਝ ਲੱਗੀ, ਨਹੀਂ ਸਮਝ ਲੱਗੀ ਤਾਂ ਮੈਨੂੰ ਦੱਸੋ ਫਿਰ ਮੈਂ ਉਸੇ ਨੂੰ ਉਸ ਹਿਸਾਬ ਨਾਲ ਦੁਬਾਰਾ ਕਰਾ ਸਕਾਂ। क्या इन्नी चीज क्लियर है? फेजर डायग्राम सारे नु? Yes, sir. Yes, sir. चल ਹੁਣ ਇਸ ਤੇ ਜੇ ਆਪਾਂ ਇਹਨੂੰ ਫਰਦਰ ਕੰਟੀਨਿਊ ਕਰੀਏ ਤੇ ਇਹਦਾ ਮਤਲਬ ਆਪਣੇ ਕੋਲ ਐਸ ਸੱਚ ਜਿਹੜੀ ਰਿਜ਼ਲਟੈਂਟ ਵੋਲਟੇਜ ਪੂਰੇ LCR ਦੀ ਆਏਗੀ, ਜਿਹੜੀ ਰਿਜ਼ਲਟੈਂਟ ਵੋਲਟੇਜ ਪੂਰੇ LCR ਦੀ ਆਏਗੀ ਉਹਨੂੰ E0 ਸਿੰਬਲ ਦੇ ਲਿਆ। ਆ ਚੀਜ਼ ਦੇਖੋ ਛੱਡਣਾ ਪਿਆ, ਇਹਨੂੰ ਛੱਡ ਦਿਓ, ਆਪਾਂ ਡਾਇਰੈਕਟ ਅਲਟਰਨੇਟਿਵ ਸੋਰਸ ਸਿਰਫ ਲਿੱਤਾ ਸੀ। ਹੁਣ ਇਸ E0 ਦੀ ਵੈਲਿਊ ਜੇ ਮੈਂ ਕੱਢਣੀ ਆ ਤੇ ਇੱਕ ਵੈਕਟਰ BL - BC ਹੈ, ਇੱਕ BR ਆ ਔਰ ਇਹ ਪੈਰਲੋਗ੍ਰਾਮ ਦੀਆਂ ਦੋ ਸਾਈਡ ਤੋਂ ਬਣਿਆ, ਇਸ ਲਈ ਰਿਜ਼ਲਟੈਂਟ ਵੋਲਟੇਜ ਵਾਸਤੇ ਕੀ ਆ ਜਾਏਗਾ? We know that the resultant voltage of LCR is given by तो जे पूरे LCR की रिजल्टेंट वोल्टेज देनी है कि फार्मूला R वाला लगा लो, R equal to root of A square plus B square plus 2AB cos theta। अपने वाले वेरिएबल लेके देते फार्मूला अप्लाई करो, therefore E0 equal to अपने को आ जाएगा जी BR square प्लस BL minus BC square। TG तो मैं सीधी जीरो लिख ली क्योंकि between two BR ਤੇ BL minus BC ਦੇ ਵਿੱਚ एंगल 90 है ਤੇ cos 90 अपना जीरो हो जू, यानी अपने को BR square plus BL minus BC whole square आ गया। BR BL BC इन्हां दी वैल्यू मेरे को बनी पई है, नाल सब्स्टिट्यूट कर लो। therefore अपने को E0 ਦੀ वैल्यू बन गई, इथे लिख लवा ते आ गई I0 square R square plus I0 XL minus I0 XC का whole square। इना क्लियर है? Yes, sir. Yes, sir. I0 सारे चो कॉमन आ जाना, इधरों भी स्क्वायर चो कॉमन आना, इधरों भी आना, बाहर I0 कढो, E0 ना डिवाइड करा लो। देयरफॉर अपने को स्टेप बन जाएगा E0 by I0 equal to root of R square plus XL minus XC square। क्लियर है? Yes, sir. Yes, sir. R के दा सिंबल है जी, R के दा सिंबल Resistance. XL के दा XL ते XC के दा सिंबल है XL इंडक्टर का और X कंडक्टर। सिंपल वर्ड च बोला तो इन्हें इदा कह सकते हो रेजिस्टेंस ऑफ इंडक्टर ते रेजिस्टेंस ऑफ कैपेसिटर। प्रॉपर नाम इन्हां दा इंडक्टिव रिएक्टेंस ते कैपेसिटिव रिएक्टेंस आ। ਤੁਸੀਂ ਜੇ ਉਹ ਵਰਡ ਭੁੱਲਦਾ ਹੋਵੇ ਤਾਂ ਇਹਨੂੰ ਸਿੰਪਲ ਕਹਿ ਦੋ ਕਿ ਇੱਕ ਇੰਡਕਟਰ ਦੀ ਤੇ ਇੱਕ ਕੈਪੈਸਿਟਰ ਦੀ ਰੈਜ਼ਿਸਟੈਂਸ ਆ। ਕੀ ਗੱਲ ਸਮਝ ਆਈ? Yes, sir. Yes, sir. ਸਾਈਡ ਦੇਖਾਂ ਤੇ ਸਾਰੇ ਦੀ ਸਾਰੀ ਟਰਮ ਦੀ ਰੈਜ਼ਿਸਟੈਂਸ ਦੀ ਫਾਰਮ ਚ ਆ। ਜੇ ਸਾਰੀ ਟਰਮ ਰੈਜ਼ਿਸਟੈਂਸ ਆ, ਇਧਰ ਆ ਜੋ ਵੋਲਟੇਜ ਬਾਈ ਕਰੰਟ ਤੇ ਵੋਲਟੇਜ ਬਾਈ ਕਰੰਟ ਦੀ ਰੈਜ਼ਿਸਟੈਂਸ ਨੂੰ ਕਹਿੰਦੇ ਆ
ठीक है। जे वोल्टेज बाय करंट रेजिस्टेंस ਨੂੰ ਕਹਿੰਦੇ ਇੱਥੇ रेजिस्टेंस पूरे LCR सर्किट ਦੀ ਆਣੀ ਆ ਤੇ पूरे LCR सर्किट ਦੀ रेजिस्टेंस ਨੂੰ ਅਸੀਂ ਨਾਮ ਜਿਹੜਾ ਵਾ ਉਹ ਇੰਪੀਡੈਂਸ ਦਿੰਨੇ ਆ। एक नवी टर्म ऐड करन लगे हां इथे इस वे ਨਾਲ डिफाइन कर लो पुट E0/I0 इक्वल टू Z। ठीक है, फिर Z किनु कह रहे हैं ਆਪਾਂ इंपीडेंस ऑफ LCR सर्किट दी इंपीडेंस का मतलब होएगा पूरे दे पूरे LCR सर्किट दी जिन्नी टोटल रेजिस्टेंस आ यानी Z दा यूनिट भी जेड़ा वा वो सेम एज दैट ऑफ कहता जी रेजिस्टेंस यानी ओम ही होएगा। क्या टर्म समझ लगी? Yes, sir. Yes, sir. Yes, sir. सेंस क्लियर है सारे नु? Yes, sir. Yes, sir. चल ਹੁਣ ਇਹਦੇ ਬੇਸ ਦੇ ਉੱਤੇ ਗੱਲ ਕੰਟੀਨਿਊ ਹੋ ਜਾ ਕਰਾਂਗਾ। ਜੇ ਇੰਪੀਡੈਂਸ ਆ ਗਿਆ ਤਾਂ ਆਪਣੀ ਇਕੁਏਸ਼ਨ ਜਿਹੜੀ ਹੋਏਗੀ ਉਹ ਬਣ ਗਈ ਜੀ Z ਇਕੁਅਲ ਟੂ ਅੰਡਰ ਰੂਟ ਆਫ r स्क्वायर प्लस xl माइनस xc स्क्वायर। ਇਹਦਾ ਮਤਲਬ ਪੂਰੇ ਸਰਕਟ ਦੀ ਰੈਜ਼ਿਸਟੈਂਸ ਕੱਢਣੀ ਆ। ਠੀਕ ਹੈ, ਤੇ ਉਹ ਤਿੰਨ ਚੀਜ਼ਾਂ ਤੋਂ ਨਿਕਲਣੀਆਂ, ਰੈਜ਼ਿਸਟਰ ਦੀ ਰੈਜ਼ਿਸਟੈਂਸ ਕਿੰਨੀ, ਇੰਡਕਟਰ ਦੀ ਕਿੰਨੀ ਤੇ ਕੈਪੈਸਿਟਰ ਦੀ ਕਿੰਨੀ। ਔਰ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਣੀ ਟੋਟਲ ਰੈਜ਼ਿਸਟੈਂਸ ਨਿਕਲੂ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਣੀ ਟੋਟਲ ਵੋਲਟੇਜ ਨਿਕਲੇਗੀ। ਯਾਨੀ ਜੇ ਮੈਨੂੰ ਦੱਸਿਆ ਹੋਵੇ ਕਿ ਰੈਜ਼ਿਸਟਰ 'ਚ ਵੋਲਟੇਜ 50 ਵੋਲਟ ਆ, इंडक्टर दी वोल्टेज 30 वोल्ट आ, कैपेसिटर दी 20 वोल्ट आ, तो मैं ये नहीं कहूंगा 50 प्लस 30 प्लस 20 कितने वैल्यू करूंगा 50 स्क्वायर प्लस 30 माइनस 20 दा होल स्क्वायर। आ जो वोल्टेज आएगी ये मेरे सर्किट दी उस इंस्टेंट ते टोटल वोल्टेज आ। क्या इन्नी गल समझ लगी? Yes, sir. Yes, sir. Yes, sir. चलो इथों इंपीडेंस की वैल्यू आ गई। हुण इसे लेना जिदा R का फार्मूला लाया जे सी एस च फेज एंगल कढना टर्म इंपॉर्टेंट है समझियो अगे लोड अपन जेडी रिजल्टेंट वोल्टेज आई आ जे एदा करंट दे नाल मैं एंगल देखा जिदा BR का करंट एंगल देखना 0 सी है ना, BL का करंट एंगल देखना ते 90 सी, इधे BC दा भी 90 सी। कहना रिजल्टेंट वोल्टेज दा I0 दा एंगल कितना ਉਹਦੇ ਲਈ ਅਸੀਂ ਇੱਥੇ ਐਂਗਲ ਡਿਫਾਈਨ ਕਰਨ ਲੱਗੇ ਕਿ ਰਿਜ਼ਲਟੈਂਟ ਵੋਲਟੇਜ ਨੇ ਐਸ ਸੱਚ ਐਂਗਲ ਰਿਜ਼ਲਟੈਂਟ ਕਰੰਟ ਦੇ ਨਾਲ ਜਿਹੜਾ ਫੇਜ਼ ਡਿਫਰੈਂਸ ਬਣਾਇਆ ਉਹ ਮੇਰੇ ਕੋਲ ਐਸ ਸੱਚ ਫਾਈ ਆ। ਗੱਲ ਸਮਝ ਆਈ ਜੋ ਮੈਂ ਬੋਲੀ? Yes, sir. ਜਿੱਦਾਂ ਅਸੀਂ ਇਹ ਕਹਿੰਦੇ ਪਏ ਕਿ ਵੀ ਇਹਦਾ ਵੋਲਟੇਜ ਤੇ ਕਰੰਟ ਦਾ ਆਪਸ ਵਿੱਚ ਫੇਜ਼ ਡਿਫਰੈਂਸ ਕੀ ਹੈ ਸੀਗਾ 0। ਕਹਿੰਦਾ ਜੀ ਵੋਲਟੇਜ ਦਾ ਤੇ ਕਰੰਟ ਦਾ ਫੇਜ਼ ਡਿਫਰੈਂਸ 90। ठीक है, कैपेसिटर च वोल्टेज ते करंट दा फेज डिफरेंस 90। कहना LCR च कितना फेज डिफरेंस आ ਅਸੀਂ ਮੰਨਿਆ 5। और दूजा वर्ड दिमाग च रखियो जो बोलांगा। ठीक है, ਇਹਦੇ ਅਕੋਰਡਿੰਗਲੀ ਜੇ ਚੱਲਣਾ ਤੇ ਆਪਾਂ x ਐਕਸਿਸ ਤੋਂ ठीक है फाई एंगल ਉੱਪਰ ਗਏ ਆ ਵੋਲਟੇਜ ਦੀ। ਇਹਦਾ ਮਤਲਬ ਵੋਲਟੇਜ ਕਰੰਟ ਨੂੰ ਲੀਡ ਕਰਦੀ ਆ, ਵੋਲਟੇਜ ਕਰੰਟ ਨੂੰ ਲੀਡ ਕਰਦੀ। ਜੇ ਮੈਂ ਇਹਦੀ ਥਾਂ ਤੇ BC greater than BL ਬੋਲਿਆ ਹੁੰਦਾ है ना, ते आ BL माइनस BC नहीं फिर BC माइनस BL बनता। आही फेजर डायग्राम ऊपरले हाफ च ना होके इथे चौथे क्वाड्रेंट च बननी सी फिर थल्ले आनी सी। ठीक है, फिर उस मोमेंट तो ਅਸੀਂ कहना ਸੀਗਾ कि जे इथे फिगर बनदी इस क्वाड्रेंट ਦੇ अंदर बनदी फिर ਅਸੀਂ ਕਹਿੰਦੇ करंट वोल्टेज तो लीड करदा। इस वेले ਜਿਹੜਾ ਆਪਣਾ ਕੇਸ ਬਣਿਆ ਇਹਦੇ ਅਕੋਰਡਿੰਗਲੀ ਰਿਜ਼ਲਟੈਂਟ ਵੋਲਟੇਜ ਜਿਹੜੀ ਹੈਗੀ ਆ ਠੀਕ ਹੈ ਜਿਹੜੀ ਰਿਜ਼ਲਟੈਂਟ ਵੋਲਟੇਜ ਆ ਇਹ ਰਿਜ਼ਲਟੈਂਟ ਕਰੰਟ ਨਾਲੋਂ फाई एंगल लीड करती पई है। कितनी गल समझ लगी? Yes, sir. Yes, sir. चलो इन्हों हजे गल कंप्लीट करांगे। सो जे हुण इस मोमेंट ते मैं एस सच फेज डिफरेंस कढना वा ते बड़ा फेज डिफरेंस निकलदा tan पाई ना, फेज डिफरेंस निकलूगा tan पाई ना। tan पाई दी वैल्यू राइट एंगल ट्रायंगल चो ले लो। ठीक है, पाई दे सामने परपेंडिकुलर बाय बेस, परपेंडिकुलर BL माइनस BC है ते बेस मेरा BR। इहदे नाल जे दोनों वैल्यू पुट अप करिए ਤੇ tan पाई आ जाएगा BL minus BC over BR। ਤੇ ਜੇ BL BC BR ਤਿੰਨਾਂ ਦੀ ਵੈਲਿਊ ਨਾਲ ਭਰ ਲਈਏ ਇਹਦੀ ਵੈਲਿਊ ਸਿੱਧੀ ਆਪਣੇ ਕੋਲ I0 XL minus I0 XC over I0 into R। I0 सारे जो कैंसिल हो जाना अपना tan पाई का फार्मूला लिख लो जेड़ा फेज डिफरेंस भी आ जाएगा। देयरफॉर tan पाई अपना आ जाना XL माइनस XC ओवर R। यानी आ फेज डिफरेंस कटन ਲਈ ਮੇਰੇ ਕੋਲ ऐसा एंगल आ जाओ
ठीक है। ये tan पाई मेरे को फेज डिफरेंस कैलकुलेट कराएगा, ठीक है जी। वोल्टेज की फॉर्म च लिखा तो आ फॉर्मूला रह जाएगा, एंगल जे रेजिस्टेंस की फॉर्म च कहां ते आ जाएगा। इदा ही अपने को ऊपर भी दो फॉर्मूले आ गए, जे सर्किट टोटल की रेजिस्टेंस लिखनी आ, सॉरी जे सर्किट टोटल की रेजिस्टेंस लिखनी तो आ फॉर्मूले ना आ जाओ, जे वोल्टेज की फॉर्म च LCR की लिखनी तो आ फॉर्मूला आ जाओ। क्या ये चार फॉर्मूले जिहड़े लिखते पे, क्या ये क्लीयर है सारिਆਂ ਨੂੰ? Yes, sir. Yes, sir. Yes, sir. ਇਹ ਚ ਕਿਸੇ ਨੂੰ ਕਿਸੇ ਸਟੈਪ ਦਾ ਡਾਊਟ ਹੈਗਾ ਤੇ ਇੱਕ ਵਾਰੀ ਜ਼ਰੂਰ ਬੋਲ ਦਿਓ, ਜੇ ਇੰਨਾ ਕਲੀਅਰ ਹੈ ਤਾਂ ਮੇਰੇ ਅੱਗੇ ਸਬ ਕੇਸਿਸ ਜਿਹੜੇ ਉਹ ਕਰਾਂ ਫਿਰ ਸ਼ੁਰੂ। Clear, sir. Sir, clear है। करिए कंटिन्यू जी। Yes. Yes, sir। चल ਹੁਣ ਇਹਦੇ ਵਿੱਚ ਅੱਗੇ ਸਬ ਕੇਸ ਜਿਹੜੇ ਬਣਾ ਰਹੇ ਉਹ ਚ ਪਹਿਲਾ ਆਪਣੇ ਕੋਲ ਇਹ ਆ ਜਾਏਗਾ, पहला केस हैगा when XL equal to XC, मतलब सर्किट दे अंदर इंडक्टर ते कैपेसिटर दोनों लगे आ, ठीक है, पर दोनों दी रेजिस्टेंस जिहड़ी जे आपस में इक्वल हो गए ते इस रिलेशन दे अकॉर्डिंगली जिहड़ा आपा कीता Z दे अकॉर्डिंगली जे XL XC इक्वल है ना, ये आपस में कैंसल हो जाना ते Z मेरे को सिंपली R स्क्वायर दा रूट ना स्क्वायर कैंसल, ਇਹਦਾ मतलब इस केस दे अंदर इंपीडेंस दी वैल्यू R ਦੇ ਬਰਾਬਰ ਹੈਗੀ। एक इंपॉर्टेंट केस भी बनेगा आगे जाके, जो XL XC ਦੇ ਇਕੁਅਲ ਆਇਆ ਪੂਰੇ ਦੇ ਪੂਰੇ LCR सर्किट ਦੀ रेजिस्टेंस घट के सिर्फ R ਦੇ ਬਰਾਬਰ ਹੈਗੀ, क्योंकि अगे R स्क्वायर, ठीक है, यानी जे आ टर्म लवा R स्क्वायर च इन्नी टर्म प्लस होंदी वे सी, हुण R स्क्वायर च इस वेले 0 प्लस होया, इसलिए जदों मेरे कोल XL ते XC इक्वल आ, ठीक है, उस वेले पूरे सर्किट दे अंदर सिर्फ रेजिस्टेंस रोल प्ले कर दी है, सिर्फ रजिस्टर दी रेजिस्टेंस रोल प्ले कर दी है, तो असीं सर्किट नूं नाम दिन्ने आ कि इट इज अ नॉन इंडक्टिव सर्किट। मेरी गल समझ लगी जो मैं बोलिया? Yes, sir. Yes, sir. पर दोबारा पकड़ो जो बोलदा पिया, जदों सर्किट दे अंदर XL ते XC इक्वल है ना, ਇਹਦਾ मतलब ਤੁਹਾਡੇ LCR सर्किट ਦੇ ਅੰਦਰ ਨਾ ਤਾਂ ਉਦੋਂ ਇੰਡਕਟਰ ਤੇ ਨਾ ਹੀ ਉਦੋਂ ਕੈਪੈਸਿਟਰ, ਦੋਨਾਂ ਚੋਂ ਕੋਈ ਡੋਮੀਨੇਟ ਨਹੀਂ ਕਰਦਾ, ਇਹ ਦੋਨੋਂ ਇੱਕ ਦੂਜੇ ਦੇ ਇਫੈਕਟ ਨੂੰ ਖਤਮ ਕਰ ਦਿੰਦੇ ਆ, ਕਿਉਂਕਿ XL XC ਆ ਤੇ ਇਹਦਾ मतलब ਇਹਨਾਂ ਨੇ ਇੱਕ ਦੂਜੇ ਦੇ ਇਫੈਕਟ ਨੂੰ ਰਿਡਿਊਸ ਕਰ ਦੇਣਾ, ਜਿਹਦੇ ਨਾਲ ਕੀ ਹੋਇਆ ਕਿ XL XC ਦਾ ਇਫੈਕਟ ਖਤਮ ਹੋ ਕੇ सर्किट च सिर्फ और सिर्फ रेजिस्टेंस ਜਿਹੜੀ ਹੈਗੀ ਉਹ ਰਹਿ ਗਈ। मतलब एक तरह पूरे का पूरा LCR सर्किट इदा बिहेव करेगा जिदा कली रजिस्टर का रोल ही हैगा, मतलब सर्किट च ना इंडक्टर ना कैपेसिटर, दोनों पैसिव कंपोनेंट हो गए, एक्टिव कंपोनेंट सिर्फ और सिर्फ मेरी रजिस्टर रहेगी। उस सर्किट नूं असीं नाम दे दिंदे नॉन इंडक्टेंस सर्किट। इन्नी गल समझ आई? Yes, sir। Yes. Yes, sir. इसे मोमेंट पे जे असीं tan पाई कढ दईए, ठीक है, देयरफॉर tan पाई का फार्मूला XL XC ओवर R आ, ये सारी वैल्यू 0 हो गई। गल समझी चलियो, बार बार कह रहे हैं XL XC 0 होने करके 0 बाय समथिंग 0 हो गया, ते tan पाई 0 कदों हुंदा जी? And 0 degree. 0 डिग्री ते ਇਹਦਾ मतलब क्या हो गया कि ਜਿਹੜਾ फेज डिफरेंस आ वो 0 डिग्री आ। ਇਹਦਾ मतलब करंट ते वोल्टेज ਜਿਹੜੀ रिजल्टेंट वोल्टेज है ते रिजल्टेंट करंट है 0 डिग्री एंगल आ। ਇਹ ਉਦੋਂ ਹੀ ਪੋਸੀਬਲ ਹੈ ਜੇ ਸਰਕਟ ਚ ਕਲੀ ਰੈਜ਼ਿਸਟਰ ਲੱਗੀ। ਇਹਦਾ मतलब हो गया XL XC BL BC ਕਿਸੇ ਦਾ ਰੋਲ ਨਹੀਂ ਰਹਿ ਗਿਆ, ਸਰਕਟ ਪਿਓਰ ਰੈਜ਼ਿਸਟਰ ਦੀ ਤਰ੍ਹਾਂ ਬਿਹੇਵ ਕਰਦਾ ਪਿਆ। ਸਮਝ ਆ ਗਿਆ? Yes, Yes, sir. yes, sir. इसमें अपन नाम देना होते लिख देंगे सच सर्किट इज नॉन इंडक्टिव सर्किट। ठीक है, ये मेरा नॉन इंडक्टिव हो गया। हुन ਇਹਦੇ ਦੋ ਆਪਾਂ डिफरेंट केस बना देने। सेकंड केस ये ले लो, इफ XL ग्रेटर देन XC, ਜੇ वो XL XC तो ग्रेटर हो गया ਤੇ ਇਹਦਾ मतलब इस रिलेशन ਦੇ ਵਿੱਚੋਂ XC ਨੈਗਲੈਕਟ ਹੋ ਜਾਏਗਾ, XL ਦਾ ਰੋਲ ਆ ਜੂ ਤੇ ਸਰਕਟ ਨੂੰ ਅਸੀਂ ਇੱਕ ਤਰ੍ਹਾਂ LR ਸਰਕਟ ਕਹਾਂਗੇ। ਜੇ XL XC ਤੋਂ ਗ੍ਰੇਟਰ ਆ, ਠੀਕ ਹੈ, ਤੇ then ਆਪਣੇ ਕੋਲ ਜਿਹੜਾ ਸਰਕਟ ਹੋਏਗਾ ਇਹਨੂੰ ਅਸੀਂ ਨਾਮ ਦੇਣਾ ਹੋਵੇ ਤਾਂ ਅਸੀਂ ਕਹਿ ਦਾਂਗੇ then circuit is called as inductance dominated circuit।
फिर इंडक्टेंस डोमिनेट कर दी, ਉਹਦੇ ਤੋਂ ਨਾਮ ਦਵਾਂਗੇ then circuit is called as the inductance dominated circuit। क्या सेकंड क्लियर है जी जो ਦੱਸਦਾ ਪਿਆ? Yes, sir. Yes, sir. केस ਦੇ अंदर ठीक है, इस केस ਦੇ अंदर ਜੇ ਮੈਂ पाई ਕੱਢੂੰਗਾ तो ਉਹਦੀ ਵੈਲਿਊ ਵੀ ਪੋਜ਼ਿਟਿਵ ਚ ਆਏਗੀ है ना, क्योंकि tan पाई xl xc है ਤੇ xl xc ਤੋਂ ਗ੍ਰੇਟਰ ਹੋਣ ਕਰਕੇ ਆ ਡਿਫਰੈਂਸ ਪੋਜ਼ਿਟਿਵ ਚ ਆਏਗਾ ਤੇ phi ਮੇਰਾ ਪੋਜ਼ਿਟਿਵ ਚ ਰਹੇਗਾ। ਤੀਜਾ ਰਿਵਰਸ ਬਣਾ ਦੋ, ਇਸ ਸਰਕਟ ਨੂੰ ਫਿਰ ਨਾਮ ਦੇ ਰਹੇ ਹਾਂ ਕਿ ਇਹਨੂੰ ਦੂਜਾ ਨਾਮ ਦੇਣਾ, ਉਹਦੇ ਨੂੰ ਅਸੀਂ LR ਸਰਕਟ ਵੀ ਕਹਿ ਦਿੰਦੇ ਕਿਉਂਕਿ ਕੈਪੈਸਿਟਰ ਦਾ ਕੋਈ ਰੋਲ ਨਹੀਂ ਰਹਿ ਗਿਆ। ਤੇ ਤੀਜਾ ਇਹਦਾ ਐਸਐਚ ਕੇਸ ਬਣਾ ਦਿਓ, if XL less than XC, ਜੇ XL XC ਤੋਂ ਸਮਾਲਰ ਹੋ ਗਿਆ ਤੇ ਉਸ ਕੇਸ ਚ ਆ ਟਰਮ ਮੇਰੀ ਨੈਗੇਟਿਵ ਚ ਜਾਏਗੀ, ਮਤਲਬ phi ਮੇਰਾ ਨੈਗੇਟਿਵ ਚ ਆਏਗਾ ਤੇ ਸਰਕਟ ਨੂੰ ਕੈਪੈਸਿਟਿਵ ਡੋਮੀਨੇਟਡ ਕਹਿ ਦਾਂਗੇ। ਠੀਕ ਹੈ, ਤੇ ਇਹਦਾ ਮਤਲਬ ਇਸ ਕੇਸ ਦੇ ਅੰਦਰ ਸਰਕਟ ਜਿਹੜਾ ਹੋਏਗਾ ਦੈਟਸ ਕਾਲਡ ਕੈਪੈਸਿਟਿਵ ਡੋਮੀਨੇਟਡ ਸਰਕਟ। ਇਹ ਇੰਨੀ ਗੱਲ ਕਲੀਅਰ ਹੈ ਜੀ? Yes, Yes, sir. Yes, sir. ਤਿੰਨੇ ਦੇ ਤਿੰਨੇ ਕੇਸ ਕਲੀਅਰ ਹੈ ਸਾਰਿਆਂ ਨੂੰ? Yes, sir. ਹੁਣ ਕੁਝ ਗੱਲਾਂ Yes, ਇਸੇ ਸਰਕਟ ਤੋਂ ਦੱਸਣ ਲੱਗਿਆ, ਦਿਮਾਗ 'ਚ ਰੱਖ ਲਿਓ। ਜੇ ਸਰਕਟ LCR ਨਾ ਹੋ ਕੇ ਠੀਕ ਹੈ LR ਹੋਵੇ, ਠੀਕ ਹੈ, ਇਹ ਆਪਾਂ ਕੇਸ ਕਰਨੇ ਨਹੀਂ, ਇਹ ਸਿਰਫ ਤੁਸੀਂ ਬੁੱਕ 'ਚੋਂ ਇੱਕ ਵਾਰੀ ਪੜ੍ਹਨਾ ਹੀ ਹੈ। ਠੀਕ ਹੈ, ਮੇਨ ਕੇਸ ਇਹੀ ਬਣਨਾ। ਜੇ ਸਰਕਟ LR ਹੋਵੇ ਤੇ ਇਹਦਾ ਮਤਲਬ ਹੋ ਗਿਆ ਆ ਫੇਜ਼ਰ ਡਾਇਗਰਾਮ ਦਾ ਪੋਰਸ਼ਨ BC ਵਾਲਾ ਨਹੀਂ ਆਣਾ, ਫਿਰ ਫੇਜ਼ਰ ਡਾਇਗਰਾਮ ਸਿਰਫ ਮੇਰੀ ਇੰਨੇ ਪੋਰਸ਼ਨ 'ਚ ਹੀ ਬਣਨੀ ਹੈ। ठीक है, फॉर्मूले के अंदर भी जितने जितने BC लिखा XC लिखा ये टर्म निकल जानी है। फिर मेरे को E नॉट का फॉर्मूला BR स्क्वायर प्लस BL स्क्वायर रह जाऊगा। ठीक है, जे RC सर्किट आ जे RC सर्किट आ ते ਇਹਦਾ मतलब ऊपरले हाफ च फेजर डायग्राम नहीं बननी, फिर मेरे आ वाले हाफ च बननी एक R ਤੇ एक C कंपोनेंट है, फिर BL नेगलेक्ट कर ਦਾਂਗੇ ਤੇ BL ਇਥੋਂ नेगलेक्ट करके -BC ਦਾ होल स्क्वायर ही आ, इसलिए फॉर्मूला BR स्क्वायर प्लस BC स्क्वायर होएगा। ਇਹਦੀ ਇੱਥੇ R ਸਕੁਅਰ ਪਲੱਸ XC ਸਕੁਅਰ ਹੋ ਜਾਏਗਾ। ਇੰਨੀ ਗੱਲ ਕਲੀਅਰ ਆ? Yes, sir. Yes, sir. ਉਹ ਤਾਂ ਦੋ ਚੀਜ਼ਾਂ ਬੋਲਦਾ ਪਿਆ, ਜੇ LCR ਸਰਕਟ ਨਾ ਹੋ ਕੇ ਆਪਾਂ ਇਹਦੇ ਚ ਅੱਗੇ ਸਬ ਕੇਸਿਸ ਬਣਾਈਏ ਤੇ ਇੱਕ ਸਬ ਕੇਸ ਬਣਦਾ LR ਸਰਕਟ ਦਾ, ਠੀਕ ਹੈ, ਇੱਕ ਬਣਦਾ RC ਸਰਕਟ ਦਾ ਤੇ ਤੀਜਾ ਬਣਨਾ LC ਸਰਕਟ। LC ਸਰਕਟ ਆਪਾਂ ਇੱਕ ਡਿਫਰੈਂਟ ਟੌਪਿਕ ਪੜਾਂਗੇ, पर ਉਹਦੇ ਵਿੱਚ ਇੱਕ ਚੀਜ਼ ਦਿਮਾਗ 'ਚ ਰੱਖ ਲਿਓ ਇਥੋਂ ਜਿਹੜੀ ਚੁੱਕਣੀ ਆਪਾਂ ਕਿ ਜੇ ਐਸਐਚ ਫੇਜ਼ ਡਿਫਰੈਂਸ ਲੈਣਾ ਹੋਵੇ LC ਸਰਕਟ ਦਾ, ਇਸ ਲਾਈਨ ਦੀ ਲੋਡ ਪੈਣੀ ਅੱਗੇ ਜਾ ਕੇ, ਟੌਪਿਕ ਦਾ ਨਾਮ ਹੋਏਗਾ LC ਔਸੀਲੇਸ਼ਨ। ਜੇ ਆਪਾਂ LC ਸਰਕਟ ਹੋਏਗਾ ਉਹ 'ਚ BL ਤੇ BC ਦੋਨੋਂ ਇੱਕ ਦੂਜੇ ਤੋਂ ਆਪੋਜ਼ਿਟ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜਾ ਫੇਜ਼ ਡਿਫਰੈਂਸ ਆ ਉਹ 180 ਡਿਗਰੀ ਦਾ, ਯਾਨੀ BL ਤੇ BC ਦੇ ਵਿੱਚ ਫੇਜ਼ ਡਿਫਰੈਂਸ ਮੇਰੇ ਕੋਲ 180 ਆ। BR ਤੇ BC BR ਤੇ BL ਚ 90 ਦਾ ਫੇਜ਼ ਡਿਫਰੈਂਸ ਆ। ਠੀਕ ਹੈ, ਜੇ ਕੱਲਾ ਵੋਲਟੇਜ ਦਾ ਵੋਲਟੇਜ ਨਾ, ਅੱਗੇ ਆਪਾਂ ਫੇਜ਼ ਐਂਗਲ ਦਾ ਡਿਫਰੈਂਸ ਦੱਸਦੇ ਹਾਂ ਕਰੰਟ ਤੇ ਵੋਲਟੇਜ। ਜੇ BR ਤੇ BL ਦਾ ਫੇਜ਼ ਡਿਫਰੈਂਸ ਲੈਣਾ 90 ਆ, BR ਤੇ BC ਦਾ 90 ਆ, ਠੀਕ ਹੈ, ਪਰ ਜੇ BL ਤੇ BC ਦਾ ਲੈਣਾ ਤਾਂ ਮੇਰਾ 180 ਹੈ। ਕਿ ਇਹ ਗੱਲਾਂ ਕਲੀਅਰ ਨੇ ਜੋ ਦੱਸਦਾ ਪਿਆ? Yes, sir. Yes, sir. Yes, sir. ਟੌਪਿਕ ਤੁਹਾਡਾ ਕੰਪਲੀਟ ਆ ਜੀ। ਜੇ ਇਹਦੇ ਵਿੱਚ ਕਿਸੇ ਪੁਆਇੰਟ ਦਾ ਕਿਸੇ ਨੂੰ ਕੋਈ ਡਾਊਟ ਆ, ਟੌਪਿਕ ਸੀਗਾ ਆਪਣਾ AC ਸਰਕਟ ਕੰਟੇਨਿੰਗ ਸੀਰੀਜ਼ LCR, ਤਿੰਨੇ ਕੰਪੋਨੈਂਟ ਜੇ ਮੇਰੇ ਕੋਲ LCR ਯਾਨੀ ਇੰਡਕਟਰ ਕੈਪੈਸਿਟਰ ਤੇ ਰੈਜ਼ਿਸਟਰ ਸੀਰੀਜ਼ ਚ ਕਨੈਕਟਡ ਆ ਤੇ ਉਹਦੀ ਇਫੈਕਟਿਵ ਵੋਲਟੇਜ ਕਿੰਨੀ ਤੇ ਉਹਦਾ ਐਸਐਚ ਫੇਜ਼ ਡਿਫਰੈਂਸ ਮੇਰੇ ਕੋਲ ਕਿੰਨਾ ਬਣ ਕੇ ਆਏਗਾ, ਉਹਨੂੰ ਅਸੀਂ ਫੇਜ਼ਰ ਡਾਇਗਰਾਮ ਦੇ ਨਾਲ ਹੀ ਕੰਪਲੀਟ ਕਰਾਂਗੇ। ਹਰ ਵਾਰੀ ਪੁੱਛੇ ਜਾਂ ਨਾ ਪੁੱਛੇ, ਫੇਜ਼ਰ ਡਾਇਗਰਾਮ ਤੋਂ ਬਿਨਾ ਇਹ ਐਸਐਚ ਮੈਥਮੈਟੀਕਲ ਪੋਰਸ਼ਨ ਨਹੀਂ ਬਣ ਸਕਦਾ, ਇਸ ਲਈ ਪਹਿਲਾਂ ਫੇਜ਼ਰ ਡਾਇਗਰਾਮ ਬਣਾਣੀ ਆ, ਫਿਰ ਮੈਥਮੈਟੀਕਲ ਇਹਦਾ ਆਪਾਂ ਕੰਪਲੀਟ ਕਰਨਾ। ਕੀ ਗੱਲ ਸਮਝ ਲੱਗੀ ਸਾਰਿਆਂ ਨੂੰ?